ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਅਤੇ ਨਗਰਪਾਲਿਕਾ ਚੋਣਾਂ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਚੱਲ ਰਹੇ ਨੂੰ ਅੱਜ ਪੌਣੇ 2 ਮਹੀਨੇ ਦੇ ਕਰੀਬ ਜਿਹੜਾ ਹੈਗਾ ਸਮਾਂ ਬੀਤ ਚੁੱਕਿਆ ਹੈ ਤੇ ਇਸੇ ਦੌਰਾਨ ਜਿਹੜਾ ਹੈਗਾ ਪੰਜਾਬ ਦੇ ਵਿੱਚ ਨਗਰਪਾਲਿਕਾ ਦੀਆਂ ਚੋਣਾਂ ਵੀ ਹੋਣ ਜਾ ਰਹੀਆਂ ਨੇ। ਇੱਕ ਪਾਸੇ ਜਦੋਂ ਦਿੱਲੀ ਦੀ ਬਰੂਹਾਂ ਤੇ ਸੰਘਰਸ਼ ਚੱਲ ਰਿਹਾ ਜਿੱਥੇ ਕਿ ਪੰਜਾਬ, ਹਰਿਆਣਾ ਸਮੇਤ ਦੇਸ਼ ਭਰ ਤੋਂ ਲੋਕ ਹਿੱਸਾ ਲੈ ਰਹੇ ਨੇ ਤੇ ਵੱਡੀ ਗਿਣਤੀ 'ਚ ਪੰਜਾਬ ਦਾ ਜਿਹੜਾ ਤਬਕਾ ਹੈ ਉਹ ਉੱਥੇ ਪਹੁੰਚਿਆ ਹੋਇਆ ਤੇ ਦੂਜੇ ਪਾਸੇ ਇਹਨਾਂ ਚੋਣਾਂ ਨੂੰ ਕਰਵਾਇਆ ਜਾ ਰਿਹਾ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ। ਸਰਕਾਰ ਨੇ ਜਿਹੜਾ ਸਟੇਟ ਚੋਣ ਕਮਿਸ਼ਨ ਹੈ ਉਹਨੂੰ ਲਿਖ ਕੇ ਭੇਜਿਆ ਸੀ ਕਿ 20 ਫਰਵਰੀ ਤੱਕ ਇਹ ਚੋਣਾਂ ਕਰਵਾਉਣੀਆਂ ਜ਼ਰੂਰੀ ਨੇ। ਅੱਜ ਜਦੋਂ ਮਾਹੌਲ ਇਹ ਹੈ ਕਿ ਹਾਲਾਂਕਿ ਕੋਈ ਵੀ ਚੋਣ ਜਿਹੜੀ ਹੁੰਦੀ ਹੈ, ਇਲੈਕਸ਼ਨ ਕਮਿਸ਼ਨ ਵੀ ਤੇ ਸਰਕਾਰਾਂ ਵੀ ਇਹ ਦੇਖਦੀਆਂ ਨੇ ਕਿ ਕੋਈ ਹਾਲਾਤ ਸਧਾਰਨ ਹੋਣ, ਲੋਕ ਕੰਮਕਾਜ 'ਚ ਨਾ ਹੋਣ, ਅਸਧਾਰਨ ਨਾ ਹੋਣ, ਜਿਹਦੇ 'ਚ ਬੱਚਿਆਂ ਦੇ ਪੇਪਰ ਕਦੋਂ ਹੁੰਦੇ ਨੇ ਉਹਦਾ ਵੀ ਧਿਆਨ ਰੱਖਿਆ ਜਾਂਦਾ, ਜਿਹਦੇ 'ਚ ਹਾੜੀ ਸਾਉਣੀ ਦਾ ਕੋਈ ਸੀਜ਼ਨ ਹੋਵੇ ਉਹਦਾ ਵੀ ਧਿਆਨ ਰੱਖਿਆ ਜਾਂਦਾ, ਜਿਹਦੇ 'ਚ ਕੋਈ ਹੋਰ ਕੁਦਰਤੀ ਆਫਤ ਆਈ ਹੋਵੇ ਜਾਂ ਕੋਈ ਹੋਰ ਸੋਸ਼ਲ ਇੰਟਰਸਟ ਉਹਦਾ ਵੀ ਧਿਆਨ ਰੱਖਿਆ ਜਾਂਦਾ। ਤਾਂ ਜਿਹੜਾ ਅੱਜ ਹੈ, ਪਿਛਲੇ ਲਗਭਗ 3.5 ਮਹੀਨਿਆਂ ਤੋਂ 4 ਹੀ ਲਗਭਗ ਹੋਣ ਲੱਗੇ ਨੇ ਜਦੋਂ ਦੇ ਕਿਸਾਨ ਅੰਦੋਲਨ 'ਚ ਨੇ। ਹੁਣ 2 ਮਹੀਨੇ ਤਾਂ ਦਿੱਲੀ ਦੀਆਂ ਸਰਹੱਦਾਂ ਤੇ ਹੋਣ ਨੂੰ ਹੋ ਗਏ। ਲੱਖਾਂ ਬੰਦਾ ਜਦੋਂ ਕੇਵਲ ਉੱਥੇ ਇਨਵੋਲਵ ਨਹੀਂ ਹੈ, ਇੱਥੋਂ ਵੀ ਜਿਹੜਾ ਉਹਨਾਂ ਦੀ ਸਪੋਰਟ ਕਰ ਰਿਹਾ, ਸ਼ਹਿਰੀ ਵਰਗ ਵੀ ਜਾਂ ਬਾਕੀ ਵੀ, ਉਹ ਵੀ ਮਾਨਸਿਕ ਤੌਰ ਤੇ ਫਿਜ਼ੀਕਲੀ ਉਹਦੇ 'ਚ ਸ਼ਮੂਲੀਅਤ ਹੈ। ਤਾਂ ਇਹਦਾ ਮਤਲਬ ਹੁਣ ਕੀ ਬਣ ਜਾਏਗਾ? ਹੁਣ ਜਿਹੜਾ ਮਾਹੌਲ ਸੀ ਇਹ ਕਿਸਾਨ ਅੰਦੋਲਨ ਦੇ ਨਾਲ ਸਿਆਸੀ ਧਿਰਾਂ ਥੋੜ੍ਹੀ ਹਾਸੀਏ 'ਤੇ ਚਲੀਆਂ ਗਈਆਂ, ਕਿਸਾਨੀ ਨੰਬਰ 1 ਸੀ। ਜਦ ਵੀ ਕੋਈ ਚੋਣ ਆਉਂਦੀ ਹੈ, ਇਹਨਾਂ ਚੋਣਾਂ ਦੇ ਵਿੱਚ ਹੁਣ ਸਿਆਸੀ ਧਿਰਾਂ ਫਿਰ ਆਪਣੇ ਉਸ ਮੂਡ 'ਚ ਆਉਣਗੀਆਂ, ਮੈਂ ਇਹਨੂੰ ਟਿਕਟ ਦੇਣੀ ਹੈ, ਇਹਨੂੰ ਨਹੀਂ ਹੈ। ਉਹਦਾ ਇੱਕ ਤਾਂ ਟੋਟਲ ਮੀਡੀਆ ਦੇ ਵਿੱਚ ਵੀ ਥੋੜ੍ਹੀ ਡਿਵਰਜਨ ਹੁੰਦੀ ਹੈ, ਵੰਡ ਪੈ ਜਾਂਦੀ ਹੈ ਲੋਕਾਂ ਦੇ ਦਿਮਾਗਾਂ, ਜਿਹੜੇ ਇੱਕ ਸੁਰ ਤਾਰ ਪਾਰ ਦੀ ਲੜਾਈ ਹੈ। ਦੂਜੀ ਗੱਲ ਉਹਦੇ ਨਾਲ ਇਹ ਹੁੰਦੀ ਹੈ ਕਿ ਇੱਕ ਬੜਾ ਵੱਡਾ ਵਰਗ, ਜਿਹੜੀਆਂ ਹੁਣ 109 ਨਗਰ ਪਾਲਿਕਾ ਦੀਆਂ ਚੋਣਾਂ ਹੋਣੀਆਂ ਨੇ, ਨਗਰ ਕੌਂਸਲਾਂ ਦੀਆਂ, ਤੇ 8 ਜਿਹੜੀਆਂ ਨੇ ਨਗਰ ਨਿਗਮਾਂ ਦੀਆਂ ਚੋਣਾਂ ਹੋਣੀਆਂ ਨੇ। ਹਾਲਾਂਕਿ 1-2 ਦੇ ਹੋਰ ਰਹਿੰਦੇ ਨੇ, ਜਿਵੇਂ ਫਗਵਾੜਾ ਦਾ ਪੂਰਾ ਕਹਿੰਦੇ ਨੇ ਵੋਟਾਂ ਨਹੀਂ ਬਣਿਆ, ਉਹ ਵੀ ਇਹਦੇ ਵਿੱਚ ਹੀ ਆਉਣਗੀਆਂ ਲੱਗਦਾ। ਇਹ 40 ਲੱਖ ਦੇ ਕਰੀਬ ਵੋਟਰ ਹੈ, 40 ਲੱਖ ਤੋਂ ਵੱਧ, ਜਿਹੜਾ ਉਹਦੇ 'ਚ ਸ਼ਮੂਲੀਅਤ ਕਰਨ ਜਾ ਰਿਹਾ ਹੈ। ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਕਰਨ ਦਾ ਮਤਲਬ 14 ਫਰਵਰੀ ਤੱਕ ਵੋਟਾਂ ਪੈਣੀਆਂ ਨੇ, 17 ਫਰਵਰੀ ਨੂੰ ਇਹਨਾਂ ਦੀ ਗਿਣਤੀ ਹੋਣੀ ਹੈ। ਤਾਂ ਇਹ ਇੱਕ ਤਰੀਕੇ ਦਾ ਉਸ ਸੰਘਰਸ਼ ਤੋਂ ਦੇ ਵਿੱਚ ਇੱਕ ਖਲਲ ਪੈਦਾ ਕਰਨ ਦੀ ਤਾਂ ਸਵਾਲ ਹੈਗਾ ਹੀ ਹੈ। ਜਿੱਥੋਂ ਤੱਕ ਤਕਨੀਕੀ ਸਵਾਲ ਹੈ, ਇਹ ਚੋਣਾਂ ਅੱਜੇ ਕਰਾਉਣੀਆਂ ਸੀ, ਕਿਉਂ ਸੀ, ਕੀ ਨਹੀਂ ਹੈ। ਅਸਲ ਦੇ ਵਿੱਚ ਜਿਹੜਾ ਕਾਨੂੰਨ ਹੈ 73ਵੀਂ ਤੇ 74ਵੀਂ ਸੋਧ, 73ਵੀਂ ਸੋਧ ਪਿੰਡਾਂ ਵਾਸਤੇ ਹੈ, ਪੰਚਾਇਤੀ ਰਾਜ ਸੰਸਥਾਵਾਂ ਵਾਸਤੇ, 74ਵੀਂ ਸੋਧ ਸਥਾਨਕ ਸਰਕਾਰਾਂ ਵਾਸਤੇ, ਲੋਕਲ ਬਾਡੀ ਜਿਹਨੂੰ ਆਪਾਂ ਕਹਿੰਦੇ ਹਾਂ। ਉਹ 5 ਸਾਲ ਦੇ ਅੰਦਰ ਅੰਦਰ ਜਦੋਂ ਉਹਦਾ ਟੈਨਿਓਰ ਖਤਮ ਹੋ ਗਿਆ, ਉਹਦੇ 'ਚ ਚੋਣ ਕਰਾਉਣੀ ਜ਼ਰੂਰੀ ਹੈ। ਸਾਡੇ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਹੁਣ 8 ਮਾਰਚ ਤੋਂ 30 ਮਾਰਚ ਦੇ ਦੌਰਾਨ ਇਹਨਾਂ ਦਾ ਸਮਾਂ ਪੂਰਾ ਹੋ ਚੁੱਕਿਆ ਸੀ। ਸਰਕਾਰ ਨੂੰ ਪਹਿਲਾਂ ਚੋਣਾਂ ਕਰਾਉਣੀਆਂ ਚਾਹੀਦੀਆਂ ਸੀ। ਉਹਦੇ ਵਿੱਚ ਫਿਰ ਵੀ ਤੁਹਾਨੂੰ ਕਾਨੂੰਨ ਇੱਕ ਹੱਕ ਦਿੰਦਾ, ਜੇਕਰ ਉਹ 'ਚ ਨਹੀਂ ਕਰਾ ਸਕੇ ਤਾਂ ਤੁਸੀਂ ਪ੍ਰਬੰਧਕ ਲਾ ਦਿੰਦੇ ਹੋ, ਪ੍ਰਸ਼ਾਸਕ ਲਾ ਦਿੰਦੇ ਹੋ। ਸਾਡੀ ਸਰਕਾਰ ਨੇ ਪ੍ਰਸ਼ਾਸਕ ਲਾਤੇ, IAS ਅਧਿਕਾਰੀਆਂ ਨੂੰ ਉਹਨਾਂ 'ਚ ਨਿਗਮਾਂ 'ਚ ਲਾਤਾ, ਕੌਂਸਲਾਂ 'ਚ SDMਾਂ ਨੂੰ ਲਾਤਾ ਵੱਡੇ ਪੱਧਰ 'ਤੇ। ਫਿਰ ਵੀ ਕਾਨੂੰਨ ਇਹ ਕਹਿੰਦਾ ਕਿ 6 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਚੋਣਾਂ ਕਰਾਉਣਾ ਲਾਜ਼ਮੀ ਹੈ। ਤੇ ਉਹ 6 ਮਹੀਨੇ ਵੀ ਸਤੰਬਰ 'ਚ ਪੂਰੇ ਹੋ ਗਏ ਸੀ ਜੇਕਰ ਪਹਿਲਾਂ ਚੋਣਾਂ ਤੁਸੀਂ ਕਰਾਉਂਦੇ। ਔਰ ਹੁਣ ਜੇਕਰ ਇਦੋਂ ਵੀ ਜ਼ਿਆਦਾ ਅਸਧਾਰਨ ਹਾਲਾਤ ਹੋਣ ਤਾਂ ਗਵਰਨਮੈਂਟ ਕੋਲ ਇੱਕ ਅਧਿਕਾਰ ਹੈ ਕਿ ਉਹ ਆਰਡੀਨੈਂਸ ਜਾਰੀ ਕਰਕੇ ਉਹਦੇ ਸਹੀ ਕਾਰਨ ਬਿਆਨ ਕਰਕੇ ਚੋਣਾਂ ਅੱਗੇ ਪਾ ਸਕਦੀ ਹੈ। ਜਿੱਥੇ ਹੁਣ ਤੱਕ ਅੱਗੇ ਪਾਈਆਂ ਨੇ ਤੁਸੀਂ ਉਹਦੇ ਤੋਂ ਬਾਅਦ ਤਾਂ ਹੋਰ 2 ਮਹੀਨੇ ਵੀ ਦੇਖਿਆ ਜਾ ਸਕਦਾ ਸੀ, ਅੱਗੇ ਪੈ ਸਕਦੀਆਂ ਸੀ, ਜਾਂ ਹੋਰ ਕੋਈ ਮੌਸਮ ਦੇਖ ਉਸ ਲੈਵਲ ਦੇ। ਇਸ ਲਈ ਇਹ ਫੈਸਲਾ ਕਿਸੇ ਵੀ ਰੂਪ ਦੇ ਵਿੱਚ ਇਹ ਅੰਦੋਲਨ ਦੇ ਨਾਲ ਮੈਚ ਨਹੀਂ ਕਰਦਾ ਤੇ ਉਹਨੂੰ ਇੱਕ ਲੈਵਲ ਦਾ ਕਮਜ਼ੋਰ ਕਰਨ ਦਾ ਇੱਕ ਤਰੀਕਾਕਾਰ ਬਣੇਗਾ। ਤੇ ਇਦੋਂ ਬਿਨਾਂ ਫਿਰ ਇਹ ਲੜੀਆਂ ਕਾਹਦੇ ਲਈ ਜਾਣਗੀਆਂ, ਕਿਹੜੇ ਮਾਮਲੇ 'ਚ ਆਉਣਗੀਆਂ? ਕੀ ਪਾਰਟੀਆਂ ਹੀ ਮੁੜ ਕੇ ਆਪਣੇ ਸਿੰਬਲਾਂ 'ਤੇ ਲੜਨਗੀਆਂ? ਜਦੋਂ ਆਪਣੇ ਸਿੰਬਲਾਂ 'ਤੇ ਲੜਨਗੀਆਂ ਤਾਂ ਅੰਦੋਲਨ ਨੇ ਜਿਹੜਾ ਇੱਕ ਭਾਈਚਾਰਕ ਸਾਂਝ ਵਿਕਸਿਤ ਕੀਤੀ ਹੈ, ਜਿਹਦੇ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਔਰ ਪਿੰਡਾਂ ਦੇ ਵਿੱਚ ਲੋਕ ਪਾਰਟੀਬਾਜ਼ੀਆਂ ਭੁਲਾ ਕੇ ਇਕੱਠੇ ਹੋਏ ਨੇ। ਕੀ ਇਹ ਚੋਣਾਂ ਆਪੋ ਆਪਣੀ ਪਾਰਟੀ ਦੀ ਡਫਲੀ ਵਜਾਉਣ ਦੇ ਨਾਂ 'ਤੇ ਇਹ ਫਿਰ ਉਸੇ ਤਰੀਕੇ ਦੇ ਨਾਲ ਲੋਕਾਂ ਨੂੰ ਕਰਨ ਦਾ ਇੱਕ ਜ਼ਰੀਆ ਤਾਂ ਨਹੀਂ ਬਣ ਜਾਊਗਾ? ਔਰ ਇਹਦੇ ਵਿੱਚ ਇੱਕ ਗੱਲ ਜ਼ਰੂਰ ਆਉਂਦੀ ਹੈ ਕਿ ਇਹ ਚੋਣਾਂ ਦੇ ਵਿੱਚ ਇਹ ਗੱਲ ਦੇਖਣ ਵਾਲੀ ਹੈ ਕਿ ਹੁਣ ਇਹ ਜੇ ਸ਼ਹਿਰ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ, ਇਹ ਲੋਕ ਕੀ ਜਿਹੜਾ ਅੰਦੋਲਨ ਨੇ ਉਹਨਾਂ 'ਤੇ ਪ੍ਰਭਾਵ ਛੱਡਿਆ, ਜਿਹੜਾ ਪਾਰਟੀਆਂ ਦੀ ਬਜਾਏ ਭਾਈਚਾਰਕ ਸਾਂਝ ਅੱਗੇ ਵਧਾਈ ਹੈ, ਕੀ ਲੋਕ ਨੁਮਾਇੰਦੇ ਖੜੇ ਕਰ ਸਕਣਗੇ ਆਪਣੇ ਵਾਰਡ ਵਾਈਜ਼ ਮੀਟਿੰਗਾਂ ਸੱਦ ਕੇ ਕਿ ਪਾਰਟੀਆਂ ਦੇ ਚੋਣ ਨਿਸ਼ਾਨ ਦੇ? ਇੱਕ ਤਾਂ ਦਬਾਅ ਇਹ ਬਣਨਾ ਚਾਹੀਦਾ ਮੇਰਾ ਖਿਆਲ ਹੈ ਕਿ ਇਹ ਚੋਣਾਂ
ਪਾਰਟੀਆਂ ਦੇ ਚੋਣ ਨਿਸ਼ਾਨ ਤੇ ਨਹੀਂ ਲੜੀਆਂ ਜਾਣੀਆਂ ਚਾਹੀਦੀਆਂ, ਕਿਉਂਕਿ ਇਹ ਚੋਣਾਂ ਲੋਕਲ ਨੇ, ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਵਾਲੀਆਂ ਨੇ। ਇਹ ਕੋਈ ਵਿਧਾਨ ਘੜਨੀ ਸਭਾ ਨਹੀਂ ਹੈ ਕਿ ਤੁਹਾਡੇ ਵਿਚਾਰਕ ਵਖਰੇਵੇਂ ਨੇ ਜੀ, ਇਸ ਕਰਕੇ ਤੁਸੀਂ ਆਪਣੀ ਪਾਰਟੀ ਚਾਹੁੰਦੇ ਹੋ। ਪਾਰਟੀ ਦਾ ਚੋਣ ਨਿਸ਼ਾਨ ਤੇ ਲੜਨਾ, ਮਿਊਨਿਸਪੈਲਿਟੀ ਔਰ ਪੰਚਾਇਤਾਂ, ਇਹ ਸਿੱਧੀ ਗੱਲ ਇਹ ਕਰਦੀਆਂ ਨੇ ਕਿ ਤੁਸੀਂ ਉਹਨਾਂ ਨੂੰ ਧੜੇਬੰਦੀ 'ਚ ਬੰਨ੍ਹ ਕੇ ਰੱਖਣਾ ਚਾਹੁੰਦੇ ਹੋ। ਤੇ ਇਸ ਲਈ ਇੱਕ ਪ੍ਰੈਸ਼ਰ ਜੇ ਪੰਜਾਬ ਦੇ ਇਸ ਕਿਸਾਨ ਅੰਦੋਲਨ ਦੇ ਰਾਹੀਂ ਜਾਂ ਲੋਕਾਂ, ਜਿਹੜੇ ਬਦਲੇ ਹੋਏ ਲੋਕ ਨੇ ਪੰਜਾਬ ਦੇ, ਉਹਦੇ ਵੱਲੋਂ ਉੱਠੇ ਕਿ ਇਹ ਚੋਣਾਂ ਕੋਈ ਵੀ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਨਾ ਲੜੇ, ਇਹਨਾਂ ਨੂੰ ਲੋਕ ਆਪਣੇ ਢੰਗ ਨਾਲ ਆਪਣੇ ਚੋਣ ਨਿਸ਼ਾਨਾਂ ਤੇ ਲੜਨ ਦੀ ਇਜਾਜ਼ਤ ਦਿਓ। ਤੇ ਨਹੀਂ ਤਾਂ ਲੋਕ ਜੇਕਰ ਪਾਰਟੀਆਂ ਉਵੇਂ ਲੜਦੀਆਂ ਨੇ ਤਾਂ ਵੀ ਤਾਂ ਲੋਕਾਂ ਦਾ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ, ਜੇ ਉਹ ਭਾਈਚਾਰਕ ਸਾਂਝ ਰੱਖਣਾ ਚਾਹੁੰਦੇ ਨੇ, ਕੋਈ ਚੰਗੇ ਨੁਮਾਇੰਦੇ ਆਪਣੇ ਆਪਣੇ ਵਾਰਡਾਂ 'ਚ ਇਕੱਠ ਕਰਕੇ, ਲੋਕ ਨੁਮਾਇੰਦੇ ਖੜੇ ਕਰਕੇ ਜਿਤਾ ਕੇ ਦਿਖਾਉਣ, ਫਿਰ ਇਹ ਲੱਗੇਗਾ ਕਿ ਇੱਕ ਫਿਜ਼ਾ ਬਦਲ ਰਹੀ ਹੈ। ਔਰ ਉਹ ਕਿੰਨਾ ਲੋਕ ਕਰ ਪਾਉਣਗੇ ਇਹਦੇ 'ਚ ਅਗਲੇ ਸਵਾਲ ਨੇ। ਔਰ ਜੇ ਪਾਰਟੀਆਂ ਦੀ ਗੱਲ ਕਰੀਏ ਜਿਹੜੀਆਂ ਹੁਣ ਚੋਣ ਲੜਨ ਆ ਰਹੀਆਂ ਨੇ, ਔਰ 27 ਸਾਲ ਹੋ ਚੁੱਕੇ ਨੇ ਇਹਨਾਂ ਸੋਧਾਂ ਨੂੰ, 27 ਸਾਲਾਂ ਦੇ ਵਿੱਚ 29 ਡਿਪਾਰਟਮੈਂਟ ਇਹਨਾਂ ਸੰਸਥਾਵਾਂ ਨੂੰ ਮਿਲਣੇ ਸੀ, ਉਹਨਾਂ ਦੇ ਕਰਮਚਾਰੀਆਂ ਦਾ ਕੰਟਰੋਲ ਮਿਲਣਾ ਸੀ, ਲਗਭਗ 33% ਬਜਟ ਇਹਨਾਂ ਲੋਕਲ ਬਾਡੀ 'ਚ ਜਾਣਾ ਸੀ। ਵੱਖ-ਵੱਖ ਜਥੇਬੰਦੀਆਂ ਦੇ, ਪਾਰਟੀਆਂ ਦੇ ਸਰਕਾਰਾਂ ਰਹੀਆਂ ਨੇ, ਕਿਸੇ ਨੇ ਕੋਈ ਹੱਕ ਵੀ ਟਰਾਂਸਫਰ ਕੀਤਾ? ਜਾਂ ਜਿਹੜੇ ਇਦੋਂ ਪਹਿਲਾਂ ਚੁਣੇ ਨਾਗਰਿਕ ਸੀ, ਨੁਮਾਇੰਦੇ ਸੀ, ਉਹਨਾਂ ਨੁਮਾਇੰਦਿਆਂ ਨੇ ਕਦੇ ਇਹਦੇ ਲਈ ਜਦੋਜਹਿਦ ਲੜੀ? ਤੇ ਜੇ ਉਹ ਵੀ ਨਹੀਂ ਹੈ, ਜਿਹੜਾ ਕਾਨੂੰਨ ਦੇ ਵਿੱਚ ਦਰਜ ਹੈ, ਜਿਵੇਂ ਪਿੰਡਾਂ 'ਚ ਗ੍ਰਾਮ ਸਭਾ ਹੈ, ਸ਼ਹਿਰਾਂ 'ਚ ਵਾਰਡ ਸਭਾ ਹੈ, ਕੀ ਵਾਰਡ ਸਭਾਵਾਂ ਦੀਆਂ ਕੋਈ ਮੀਟਿੰਗਾਂ ਹੁੰਦੀਆਂ ਨੇ ਜਿੱਥੇ ਲੋਕਾਂ ਦੀ ਪੁੱਛ ਦੱਸ ਹੋਵੇ? ਉਹਨਾਂ ਦੇ ਰਾਹੀਂ ਚਲਾਈਆਂ ਜਾਂਦੀਆਂ ਨੇ ਨਗਰ ਨਿਗਮਾਂ, ਨਗਰ ਕੌਂਸਲਾਂ, ਜਾਂ ਆਪਣੀ ਮਨਮਰਜ਼ੀ ਨਾਲ ਚਲਾਈਆਂ ਜਾਂਦੀਆਂ ਨੇ। ਜਿਹੜਾ ਕਾਨੂੰਨ ਸਰਕਾਰ ਤੇ ਢੁਕਦਾ ਕਿ ਮੋਦੀ ਸਰਕਾਰ ਮਨਮਾਨੀ ਕਰ ਰਹੀ ਹੈ, ਸਾਡੀਆਂ ਦੂਜੀਆਂ ਪਾਰਟੀਆਂ ਵੀ ਮਨਮਾਨੀ ਦੇ ਤਰੀਕੇ ਨਾਲ ਚਲਾ ਰਹੀਆਂ ਨੇ। ਇਸੇ ਕਰਕੇ ਇੱਕ ਬਹੁਤ ਵੱਡਾ ਮੌਕਾ ਹੈ ਪੰਜਾਬ ਦੇ ਸ਼ਹਿਰੀ ਤਬਕੇ 'ਚ, ਜਿੱਥੇ ਚੋਣਾਂ ਹੋ ਰਹੀਆਂ ਨੇ, ਉਹ ਇੱਕ ਨਵੀਂ ਇਬਾਰਤ ਲਿਖ ਸਕਦੀਆਂ ਨੇ, ਨਵਾਂ ਇਤਿਹਾਸ ਬਣਾ ਸਕਦੀਆਂ ਨੇ, ਜੇਕਰ ਉਹ ਲੋਕ ਨੁਮਾਇੰਦਿਆਂ ਦੇ ਰੂਪ ਦੇ ਵਿੱਚ ਸਾਹਮਣੇ ਆਉਣ, ਸਾਂਝੀਵਾਲਤਾ ਦੇ ਰੂਪ ਦੇ ਵਿੱਚ ਸਾਹਮਣੇ ਆਉਣ, ਭਾਈਚਾਰਾ ਬਾਹਰ ਰੱਖਣ ਦੇ ਰੂਪ ਦੇ ਵਿੱਚ ਸਾਹਮਣੇ ਆਉਣ, ਤੇ ਉਹ ਚੀਜ਼ਾਂ ਨੂੰ ਵੰਡਣ। ਤੇ ਅਗਲੀ ਗੱਲ ਇਹਦੇ ਨਾਲ, ਜਿਵੇਂ ਕੱਲ ਔਰਤ ਕਿਸਾਨ ਦਿਵਸ ਦੇ ਤੌਰ ਤੇ ਮਨਾਇਆ ਗਿਆ, ਕਿਸਾਨ ਦੇ ਤੌਰ ਤੇ, ਤਾਂ ਇਹਨਾਂ ਲੋਕਲ ਬਾਡੀ 'ਚ ਵੀ 50% ਰਾਖਵਾਂ ਕਰਨਾ ਔਰਤਾਂ ਲਈ, ਮੇਅਰ ਦੇ ਰੂਪ 'ਚ ਵੀ ਤੇ ਬਾਕੀ ਵੀ, ਜਿਵੇਂ ਪੰਚਾਇਤਾਂ 'ਚ। ਪਰ ਔਰਤਾਂ ਨੂੰ ਜਦੋਂ ਜਿੱਤ ਵੀ ਜਾਂਦੀਆਂ ਨੇ, ਆਪਣਾ ਕੰਮ ਕਰ ਦੇਣ ਦੇ ਹਾਲਾਤ ਕੌਣ ਪੈਦਾ ਕਰੇਗਾ? ਇਹ ਬਹੁਤ ਵਧੀਆ ਮੌਕਾ ਹੈ ਹੁਣ ਕਿ ਉਹੋ ਜਿਹੀਆਂ ਔਰਤਾਂ ਨੂੰ ਉਤਾਰਿਆ ਜਾਏ ਮੈਦਾਨ 'ਚ, ਜਿਹੜਾ ਆਪਣਾ ਕੰਮ ਕਰਨ ਦੀ ਹੈਸੀਅਤ ਵੀ ਰੱਖਣ, ਤੇ ਜਿਹੜੀਆਂ ਸਮਾਜ ਦੇ ਵਿੱਚ ਵੀ ਆਪਣੇ ਹੱਕ ਲਈ ਜਦੋਜਹਿਦ ਕਰ ਸਕਣ। ਉਹ ਜਿਹੜੀਆਂ ਕੇਵਲ ਪਾਰਟੀਆਂ ਦੇ ਉੱਪਰੋਂ ਘੁਮਾਏ ਹੋਏ ਲੀਡਰ ਨਹੀਂ ਹੋਣੇ ਚਾਹੀਦੇ। ਉਹ ਜਿਵੇਂ ਹੁਣ ਬੀਬੀਆਂ ਸਟੇਜਾਂ ਤੇ ਬੋਲ ਰਹੀਆਂ ਨੇ ਮੂਵਮੈਂਟ 'ਚੋਂ ਆ ਕੇ, ਉਹੋ ਜਿਹੀਆਂ ਬੀਬੀਆਂ ਨੂੰ ਅੱਗੇ ਆਉਣਾ ਚਾਹੀਦਾ ਔਰ ਲਿਆਉਣਾ ਵੀ ਚਾਹੀਦਾ। ਇਹ ਤਬਦੀਲੀ ਇਹਨਾਂ ਚੋਣਾਂ ਦੇ ਵਿੱਚ ਬਹੁਤ ਜ਼ਰੂਰੀ ਤਬਦੀਲੀ ਹੈ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਆਪਣੇ ਚੋਣ ਨਿਸ਼ਾਨ ਤੇ ਜਿਹੜਾ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਹੈ, ਤੇ ਪੰਜਾਬ ਦਾ ਜਿਹੜੇ ਲੱਖਾਂ ਲੋਕ ਨੇ ਉਹ ਦਿੱਲੀ ਬਾਰਡਰ ਤੇ ਬੈਠੇ ਸੰਘਰਸ਼ ਕਰ ਰਹੇ ਨੇ। ਕਿਸੇ ਵੀ ਰਾਜਨੀਤਿਕ ਪਾਰਟੀ ਨੇ ਜਿਹੜਾ ਹੈਗਾ ਇਹ ਵਿਰੋਧ ਨਹੀਂ ਜਤਾਇਆ ਵੀ ਕਿ ਇਹ ਚੋਣਾਂ ਜਿਹੜੀਆਂ ਹੈਗੀਆਂ ਕੁਝ ਸਮਾਂ ਬਾਅਦ ਹੋਣਾ ਚਾਹੀਦੀਆਂ। ਤੁਹਾਨੂੰ ਐਂ ਲੱਗਦਾ ਵੀ ਕਿ ਇਹਨਾਂ ਨਾਲ ਵੋਟਾਂ ਦੀ ਜਿਹੜੀ ਪਰਸੈਂਟੇਜ ਵੀ ਘਟੇਗੀ, ਤੇ ਰਾਜਨੀਤਿਕ ਪਾਰਟੀਆਂ ਕਿਤੇ ਇਹਦਾ ਲਾਹਾ ਲੈਣੀ ਚਾਹੁੰਦੀਆਂ ਵੀ ਕਿ ਜਦੋਂ ਘੱਟ ਵੋਟਾਂ ਪੈਣਗੀਆਂ ਤਾਂ ਸਾਨੂੰ ਕੁਝ ਫਾਇਦਾ ਹੋ ਜਾਏਗਾ? ਉਹਦਾ ਫਾਇਦਾ ਇਹ ਹੈ ਕਿਉਂਕਿ ਸਿਆਸੀ ਪਾਰਟੀਆਂ ਦੀ ਜਿਹੜੀ ਜ਼ਮੀਨ ਖੁੱਸ ਗਈ ਹੈ, ਉਹਨੂੰ ਤਲਾਸ਼ ਰਹੀਆਂ ਨੇ ਦੁਬਾਰਾ। ਹੁਣ ਕਿਸਾਨ ਅੰਦੋਲਨ 'ਚ ਤਾਂ ਉਹਨਾਂ ਨੂੰ ਸਟੇਜ ਤੇ ਚੜ੍ਹਨ ਦਾ ਮੌਕਾ ਨਹੀਂ ਮਿਲਦਾ। ਇੰਡੀਪੈਂਡੈਂਟ ਉਹਨਾਂ ਦੀ ਹੈਸੀਅਤ ਨਹੀਂ, ਕਿ ਜਿਹਨੂੰ ਆਪਦਾ ਖੇਡਰ ਸਮਝਦੇ ਨੇ ਉਹ ਤਾਂ ਸਿੰਘੂ ਤੇ ਟਿੱਕਰੀ ਬੈਠਾ ਹੋਇਆ ਬੰਦਾ, ਤਾਂ ਉਹ ਲੜਾਈ ਲੜ ਰਿਹਾ, ਉਹ ਤਾਂ ਪਾਰਟੀਆਂ ਕਿਤੇ ਨਹੀਂ ਹੈ। ਇਸ ਦੇ ਬਹਾਨੇ ਹਰ ਪਾਰਟੀ 2022 ਦੀ ਇੱਕ ਤਿਆਰੀ ਕਰ ਰਹੀ ਹੈ ਕਿ ਅਸੀਂ ਉਹ ਅਸੈਂਬਲੀ ਜਿੱਤਾਂਗੇ ਇੱਥੇ ਦੇ ਪ੍ਰਚਾਰ ਦੇ ਨਾਲ। ਇਸੇ ਕਰਕੇ ਸਾਰੀਆਂ ਪਾਰਟੀਆਂ ਦਾ ਜਿਹੜਾ ਨਜ਼ਰੀਏ ਦੇ ਤੌਰ ਤੇ ਬਖਰੇਵਾ ਨਹੀਂ ਹੈ ਕੋਈ। ਜੇ ਬਖਰੇਵਾ ਹੋਵੇ ਤਾਂ ਉਹ ਅਸੂਲਨ ਸਵਾਲ ਉਠਾਉਣ। ਵਿਰੋਧੀ ਧਿਰਾਂ ਨੂੰ ਚਾਹੀਦਾ ਸੀ ਪੰਜਾਬ ਦੇ ਵਿੱਚ ਇਹ ਸਵਾਲ ਉਠਾਉਣਾ ਕਿ ਅਜੇ ਕਿਸਾਨ ਅੰਦੋਲਨ ਚੱਲ ਰਿਹਾ, ਇਹ ਮੌਕਾ ਨਹੀਂ ਹੈ, ਇਹਨੂੰ ਅੱਗੇ ਪਾਓ। ਦੂਜਾ ਇਹ ਵੀ ਉਠਾਉਣਾ ਚਾਹੀਦਾ ਸੀ ਉਹਨਾਂ ਨੂੰ ਸਵਾਲ ਕਿ ਹੁਣ ਜਿਹੋ ਜਿਹਾ ਮਾਹੌਲ ਅੰਦੋਲਨ ਨੇ ਪੈਦਾ ਕੀਤਾ ਭਾਈਚਾਰਕ ਸਾਂਝ ਦਾ, ਸਾਨੂੰ ਸਿੰਬਲ ਤੇ ਨਹੀਂ ਲੜਨੀਆਂ ਚਾਹੀਦੀਆਂ। ਪਾਰਟੀਆਂ ਤਾਂ ਸਿੰਬਲ ਲਈ ਲੜ ਰਹੀਆਂ ਨੇ, ਸਗੋਂ ਕਿ ਸਾਨੂੰ ਉਹ ਕਰਨਾ। ਇਹਦਾ ਮਤਲਬ ਪਾਰਟੀਆਂ ਦਾ ਜਿਹੜਾ ਪੁਰਾਣਾ ਵਿਵਹਾਰ ਹੈ ਅਜੇ ਉਹੀ ਜਾਰੀ ਹੈ। ਉਹ ਲੋਕਾਂ 'ਚ ਧੜੇਬੰਦੀ ਚਾਹੁੰਦੀਆਂ ਨੇ, ਉਹ ਆਪਣਾ ਹੀ ਇੱਕ ਧੜਾ ਬਣਾ ਕੇ ਅਗਲੀਆਂ ਚੋਣਾਂ ਤੱਕ ਲਿਜਾਣਾ ਚਾਹੁੰਦੀਆਂ ਨੇ। ਜਿਹੜੀ ਇੱਕ ਮੁਹੱਬਤ ਦਾ ਪੈਗਾਮ ਤੇ ਭਾਈਚਾਰਕ ਸਾਂਝ ਦਾ ਪੈਗਾਮ ਇਹ ਅੰਦੋਲਨ ਦੇ ਰਿਹਾ ਹੈ, ਉਹਦੇ ਨਾਲ ਮੈਚ ਕਰਕੇ ਅਜੇ ਪਾਰਟੀਆਂ ਚੱਲਣ ਲਈ ਤਿਆਰ ਨਹੀਂ ਹੈ। ਇਸੇ ਕਰਕੇ ਇਹ ਅੰਦੋਲਨ ਦੇ ਇੱਕ ਜਜ਼ਬਾਤ ਨੇ ਕਿ ਜੇ ਪਾਰਟੀਆਂ ਤਿਆਰ ਨਹੀਂ ਹੈ ਤਾਂ ਸ਼ਹਿਰ ਦਾ ਉਹ ਵੋਟਰ ਆਪਣੇ ਆਪ ਨੂੰ ਤਿਆਰ ਕਰੇ ਕਿ ਅਸੀਂ ਇੱਕ ਇੰਡੀਪੈਂਡੈਂਟ ਥਾਟ ਪ੍ਰੋਸੈਸ ਨਾਲ, ਸੋਚ ਦੇ ਨਾਲ ਇੱਕ ਨਵਾਂ ਰਾਹ ਸਿਰਜ ਸਕਦੇ ਹਾਂ, ਕਿ ਇੱਕ ਨਵੀਂ ਇਬਾਰਤ ਲਿਖ ਸਕਦੇ ਹਾਂ। ਔਰ ਜੇ ਇਹਦੇ 'ਚ ਇਹ ਹੋ ਜਾਂਦਾ ਹੈ ਤਾਂ ਇਹ 22 ਵਾਲੇ ਲਈ ਵੀ ਇੱਕ ਸਿਗਨਲ ਹੋ ਜਾਏਗਾ, ਸੂਚਕ ਹੋ ਜਾਏਗਾ ਕਿ ਉਸ ਪਾਸੇ ਨੂੰ ਚੱਲਿਆ ਜਾ ਸਕਦਾ। ਜੀ ਹਮੀਰ ਸਿੰਘ ਜੀ, ਇਹ ਤਾਂ ਸੀਗੀਆਂ ਨਗਰਪਾਲਿਕਾ ਚੋਣਾਂ ਦੀ ਗੱਲ। ਹੁਣ ਜੇਕਰ ਗੱਲ ਕਰੀਏ ਅਸੀਂ ਕਿਸਾਨ ਅੰਦੋਲਨ ਦੀ,
ਤਾਂ ਸੁਪਰੀਮ ਕੋਰਟ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ, ਉਸ ਕਮੇਟੀ ਦੀ ਅੱਜ ਪਹਿਲੀ ਮੀਟਿੰਗ ਹੋਈ ਹੈ ਤੇ ਕਮੇਟੀ ਮੈਂਬਰਾਂ ਨੇ ਸਾਰੇ ਕਿਸਾਨਾਂ ਨੂੰ ਵੀ ਤੇ ਹਰ ਵਰਗ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿ ਅਸੀਂ ਜਿਹੜਾ ਹੈਗਾ ਇਹਦੀ ਦੋਨੋਂ ਧਿਰਾਂ ਦੀ ਗੱਲ ਸੁਣ ਕੇ ਜਿਹੜਾ ਹੈਗਾ ਇਹਦੀ ਨਿਸ਼ਪਕਸ਼ ਜਿਹੜੀ ਹੈਗੀ ਹੈ ਰਿਪੋਰਟ ਅਸੀਂ ਬਣਾ ਕੇ ਦੇਵਾਂਗੇ ਵੀ ਕਿ ਇਸ ਨੂੰ ਤੁਸੀਂ ਕਿਵੇਂ ਦੇਖੋ? ਮੈਨੂੰ ਤਾਂ ਲੱਗਦਾ ਕਮੇਟੀ ਨੇ ਜਲਦਬਾਜ਼ੀ 'ਚ ਸ਼ਾਇਦ ਇਸੇ ਕਰਕੇ ਮੀਟਿੰਗ ਕੀਤੀ ਹੈ ਵੀ ਕਿਤੇ ਸੁਪਰੀਮ ਕੋਰਟ ਇਹ ਨਾ ਕਹਿ ਦੇ ਵੀ ਭਾਈ ਪੁਰਾਣਾ ਬੰਦਾ ਤਾਂ ਚਲਾ ਗਿਆ, ਹੁਣ ਨਵਾਂ ਕੁਝ ਕਰਦੇ ਆ, ਜਾਂ ਕਮੇਟੀ ਬਣਾਉਣੀ ਵੀ ਹੈ ਜਾਂ ਨਵਿਆਂ ਨੂੰ ਆਪਣੀ ਮੈਂਬਰੀ ਪੱਕੀ ਕਰਨ ਲਈ ਤੁਰੰਤ ਮੀਟਿੰਗ ਕੀਤੀ ਜਾ ਰਹੀ ਹੈ। ਔਰ ਸਰਕਾਰ ਵੀ ਸ਼ਾਇਦ ਇਹ ਉਹਨਾਂ ਦੇ ਪਿੱਛੇ ਹੈਗੀ ਉਹ ਹੈ। ਸਰਕਾਰ ਕਹਿੰਦੀ ਹੈ ਕਿ ਤੁਸੀਂ ਤੋਰੋ, ਆਪਣੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖੋ, ਕੱਲ੍ਹ ਨੂੰ ਕਿਤੇ ਗੜਬੜ ਨਾ ਹੋ ਜੇ। ਇਸ ਕਰਕੇ ਉਹਦੇ 'ਚੋਂ ਕਲੀਅਰ ਕੱਟ ਮਾਈਂਡ ਸੈੱਟ ਨਜ਼ਰ ਆਉਂਦਾ। ਐਡੀ ਤੇਜ਼ੀ ਕਾਹਦੇ ਲਈ ਹੈ? ਜਿਹੜੀਆਂ ਧਿਰਾਂ ਲੜ ਰਹੀਆਂ ਨੇ ਉਹ ਤੁਹਾਨੂੰ ਰਿਜੈਕਟ ਕਰ ਚੁੱਕੀਆਂ ਨੇ। ਤੁਹਾਡਾ ਅਖਬਾਰਾਂ, ਟੀਵੀ ਚੈਨਲਾਂ ਤੇ ਬਿਆਨਾਂ ਨੂੰ, ਤੁਹਾਡੀ ਇੱਕ ਪੂਰੀ ਸੋਚ ਨੂੰ ਲੋਕ ਪਛਾਣ ਚੁੱਕੇ ਨੇ। ਤੇ ਜੇ ਉਹ ਸੋਚ ਤੁਸੀਂ ਕਹਿੰਦੇ ਹੋ ਵੀ ਮੇਰੀ ਸੋਚ ਤਾਂ ਇਹ ਹੈ ਪਰ ਮੈਂ ਰਿਪੋਰਟ ਨਿਰਪੱਖ ਦੇਵਾਂਗਾ, ਇਹ ਕਿਵੇਂ ਸੰਭਵ ਹੁੰਦਾ? ਕਮੇਟੀ ਉਹ ਨਿਰਪੱਖ ਨਹੀਂ ਹੈ ਤਾਂ ਉਹ ਰਿਪੋਰਟ ਨਿਰਪੱਖ ਕਿਵੇਂ ਦੇ ਸਕਦੀ ਹੈ ਕਿਸੇ ਵੀ ਰੂਪ ਦੇ ਵਿੱਚ? ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇੱਕ ਬੜਾ ਪ੍ਰਚਾਰ ਹੈ ਕਿਸੇ ਵੀ ਲੈਵਲ ਦੇ ਉੱਤੇ। ਔਰ ਜਦੋਂ ਐਡਾ ਵੱਡਾ ਤਬਕਾ ਜਿਹੜਾ ਲੜਾਈ ਲੜ ਰਿਹਾ ਉਹ ਤੁਹਾਡੇ ਕੋਲ ਜਾਣ ਲਈ ਤਿਆਰ ਨਹੀਂ ਹੈ, ਉਹ ਤੁਹਾਡੀ ਗੱਲ ਤੇ ਯਕੀਨ ਕਰਨ ਲਈ ਤਿਆਰ ਨਹੀਂ ਹੈ। ਇਖਲਾਕੀ ਤੌਰ ਤੇ ਹੀ ਇਹ ਫਰਜ਼ ਬਣਦਾ ਸੀ ਨਾ ਕਮੇਟੀ ਮੈਂਬਰਾਂ ਦਾ ਕਿ ਦੇਖੋ ਜਿਹੜੇ ਮਾਮਲੇ ਨੂੰ ਨਿਪਟਾਉਣ ਲਈ ਤੁਸੀਂ ਸਾਨੂੰ ਨਾਮਜ਼ਦ ਕੀਤਾ ਹੈ, ਸਾਡੇ ਤੇ ਬੇਭਰੋਸਗੀ ਪ੍ਰਗਟ ਕੀਤੀ ਜਾ ਰਹੀ ਹੈ, ਅਸੀਂ ਰਿਜ਼ਾਈਨ ਕਰਦੇ ਹਾਂ ਜੀ, ਕੋਈ ਭਰੋਸੇਮੰਦ ਬੰਦੇ ਪਾ ਲਓ। ਜੇਕਰ ਇਖਲਾਕ ਹੋਵੇ ਨਾ, ਇੰਟੈਲੈਕਚੁਅਲ ਜਿੰਦਾ, ਤਾਂ ਉਹ ਇਹ ਬਣਦਾ ਹੈ। ਉਹ ਇਹ ਬਣਦਾ ਕਿ ਉਹ ਆਪਣੇ ਆਪ ਨਾ ਕਮੇਟੀ ਚਾਹੁੰਦੇ, ਸੁਪਰੀਮ ਕੋਰਟ ਨੂੰ ਕਹਿੰਦੇ ਕਿ ਜੀ ਬਹੁਤ ਤੁਹਾਡੀ ਮਿਹਰਬਾਨੀ, ਸਾਨੂੰ ਤੁਸੀਂ ਇਸ ਲਾਇਕ ਸਮਝਿਆ, ਪਰ ਜਿਹੜੀ ਗੱਲ ਨੂੰ ਸੁਲਝਾਉਣ ਲਈ ਤੁਸੀਂ ਸਾਨੂੰ ਲਾਇਆ ਉਹ ਸਾਰੀ ਬੇਭਰੋਸਗੀ ਹੋਰ ਵੱਧ ਰਹੀ ਹੈ। ਇਹਦੇ ਨਾਲ ਸਾਡੇ ਤੇ ਵੀ ਭਰੋਸਾ ਨਹੀਂ, ਸਗੋਂ ਕੋਰਟ ਤਾਂ ਵੀ ਟੁੱਟ ਰਿਹਾ ਤੇ ਸਰਕਾਰ ਤੇ ਪਹਿਲਾਂ ਹੀ ਨਹੀਂ ਹੈਗਾ। ਇਸ ਕਰਕੇ ਇਹ ਕੰਮ ਸਾਡੇ ਵੱਸ ਦਾ ਰੋਗ ਨਹੀਂ ਹੈ। ਉਹਨਾਂ ਨੂੰ ਇਸ ਪਾਸੇ ਚੱਲਣਾ ਚਾਹੀਦਾ ਜੇਕਰ ਇਹ ਚੱਲਦੇ, ਪਰ ਕਿਉਂਕਿ ਇੱਕ ਡਿਜ਼ਾਈਨ ਦਾ ਉਹ ਹਿੱਸਾ ਨੇ, ਉਹ ਤਾਂ ਸ਼ੁਰੂ ਤੋਂ ਹੀ ਬੜੇ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਸਰਕਾਰ ਲੇਟ ਕਰ ਰਹੀ ਹੈ, ਜਲਦੀ ਕਰੋ ਇਹ ਕਾਨੂੰਨ ਪਾਸ ਔਰ ਜਲਦੀ ਤਰੀਕੇ ਨਾਲ ਬਦਲੋ ਨਿਯਮ। ਜਿਹੜੇ ਬੰਦੇ ਸਰਕਾਰ ਨੂੰ ਧੱਕਾ ਦੇ ਰਹੇ ਨੇ ਫਟਾਫਟ ਇਹ ਕੰਮ ਕਰੋ, ਉਹਨਾਂ ਤੋਂ ਕੀ ਨਿਰਪੱਖਤਾ ਦੀ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ਕਿਸੇ ਵੀ ਰੂਪ ਦੇ ਵਿੱਚ? ਹਮੀਰ ਸਿੰਘ ਜੀ, 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਗਿਆ, ਪਰ ਸੁਪਰੀਮ ਕੋਰਟ ਨੇ ਕੱਲ੍ਹ ਲੰਘੇ ਦਿਨ ਇਹ ਗੱਲ ਕਹਿਤੀ ਹੈ ਵੀ ਕਿ ਜਿਹੜਾ ਇਹ ਸਟੇਟ ਸਬਜੈਕਟ ਹੈ ਤੇ ਇਹਦਾ ਫੈਸਲਾ ਜਿਹੜਾ ਹੈਗਾ ਉੱਥੇ ਦੀ ਦਿੱਲੀ ਪੁਲਿਸ, ਲੋਕਲ ਪੁਲਿਸ ਲਵੇਗੀ। ਤੇ ਅੱਜ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਦੇ ਵਿਚਕਾਰ ਮੀਟਿੰਗ ਵੀ ਹੋਈ ਹੈ। ਉਸ ਮੀਟਿੰਗ 'ਚ ਕੀ ਗੱਲਬਾਤ ਹੋਈ ਹੈ? ਕੀ ਇਹ ਟਰੈਕਟਰ ਪਰੇਡ ਕੱਢੀ ਜਾਏਗੀ ਜਾਂ ਕੀ ਫੈਸਲਾ ਲਿੱਤਾ ਗਿਆ? ਅਸਲ 'ਚ ਪਹਿਲਾਂ ਤਾਂ ਇਹੀ ਸੀ ਕਿ ਸਰਕਾਰ ਸਭ ਕੁਝ ਹੀ ਕੋਰਟ ਦੇ ਗਲ ਪਾ ਦੇਣਾ ਚਾਹੁੰਦੀ ਹੈ, ਜਿਵੇਂ ਪਹਿਲਾਂ ਵਾਲਾ ਕਮੇਟੀ ਬਣਾ ਕੇ ਅੰਦੋਲਨ ਦੇ ਨਾਲ, ਵੀ ਤਾਂ ਕਿ ਕਿਸਾਨ ਤੇ ਸੁਪਰੀਮ ਕੋਰਟ ਦਾ ਟਕਰਾਅ ਹੋ ਜਾਵੇ, ਅਸੀਂ ਬਾਹਰ ਨਿਕਲ ਜਾਈਏ। ਔਰ ਇਹ ਗਲਤੀ ਹੋਈ ਵੀ ਹੈ ਤੇ ਸੁਪਰੀਮ ਕੋਰਟ ਨੇ ਆਪਣੇ ਗਲ ਪਾ ਲਿਆ ਜਿਹੜਾ ਸਰਕਾਰ ਦੇ ਖਿਲਾਫ ਉਹ ਗੱਲ ਸੀ। ਪਰ ਅਜੇ ਵੀ ਮੈਨੂੰ ਇਹ ਲੱਗਦਾ ਕਿ ਜਿਹੜੀ ਮੀਟਿੰਗ ਪੋਸਟਪੋਨ ਅੱਜ ਹੋਣੀ ਸੀ, ਜਿਹੜੀ ਕਿਸਾਨਾਂ ਨਾਲ ਕੇਂਦਰ ਸਰਕਾਰ ਦੀ, ਉਹਨਾਂ ਨੇ ਕੱਲ੍ਹ ਤੇ ਪਾਤੀ। ਕੱਲ੍ਹ ਤੇ ਵੀ ਸ਼ਾਇਦ 2 ਵਜੇ ਪਾਤੀ, ਉਹ ਇਸੇ ਕਰਕੇ ਪਾਤੀ ਕਿ ਕੱਲ੍ਹ ਨੂੰ ਕੋਰਟ ਦੇ ਵਿੱਚ ਫੇਰ ਹੀ ਰਹੇ ਵੀ ਸ਼ਾਇਦ ਕੋਰਟ ਹੀ ਕੋਈ ਇਹੋ ਜਿਹਾ ਕੰਮ ਕਹਿ ਦੇ ਤੇ ਸਾਡਾ ਸਿਸਟਮ ਬਦਲ ਜੇ। ਇਸੇ ਚਾਲ ਦੇ ਤਹਿਤ ਮੀਟਿੰਗ ਅੱਗੇ ਰਾਤ ਨੂੰ ਲੇਟ ਤੁਸੀਂ ਮੈਸੇਜ ਭੇਜ ਦਿਓ ਕਿ ਕੁਝ ਖਾਸ ਕਾਰਨਾਂ ਕਰਕੇ। ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ ਮੀਟਿੰਗ ਨਹੀਂ ਹੋ ਰਹੀ? ਔਰ ਤੁਸੀਂ ਉਸ ਲੈਵਲ ਤੇ ਇਹ ਨਹੀਂ ਚਾਹੁੰਦੇ ਕਿ ਤੁਹਾਡੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਤੈਅ ਹੋਵੇ। ਜੇ ਕਿਤੇ ਜਿਵੇਂ ਕੋਰਟ ਨੇ ਇਸ ਗੱਲ ਨੂੰ ਕਿਹਾ ਕਿ ਟਰੈਕਟਰ ਚੱਲ ਜਾਣਗੇ, ਪਰੇਡ ਕਰਨਗੇ ਜਾਂ ਨਹੀਂ, ਇਹ ਪੁਲਿਸ ਦਾ ਮਾਮਲਾ ਹੈ, ਇਹ ਕੋਰਟ ਦਾ ਮਾਮਲਾ ਨਹੀਂ ਹੈ। ਉਵੇਂ ਹੀ ਜੇ ਸੁਪਰੀਮ ਕੋਰਟ ਇਹਦੋਂ ਪਹਿਲਾਂ ਕਹਿ ਦਿੰਦੀ ਕਿ ਜਦੋਂ ਉਹ ਕੋਰਟ ਦੇ ਵਿੱਚ ਜਾਂਦੇ ਨੇ ਕਿ ਧਰਨਾ ਦੇਣਾ, ਵੀ ਇਹ ਡੈਮੋਕ੍ਰੈਟਿਕ ਰਾਈਟ ਹੈ, ਹਰ ਬੰਦਾ ਸ਼ਾਂਤਮਈ ਧਰਨਾ ਦੇ ਸਕਦਾ। ਜਿਹੜੇ ਕਾਨੂੰਨਾਂ ਦਾ ਮਾਮਲਾ ਹੈ ਉਹ ਕਾਨੂੰਨ ਸਰਕਾਰ ਨੇ ਪਾਸ ਕਰਵਾਏ ਨੇ, ਕੋਰਟ ਨੇ ਤਾਂ ਨਹੀਂ ਕਰਾਏ। ਇਸ ਲਈ ਇਹ ਤੁਹਾਡੀ ਜ਼ਿੰਮੇਵਾਰੀ ਹੈ, ਸਾਡੀ ਨਹੀਂ ਹੈ। ਅਸੀਂ ਨਹੀਂ ਚਾਹੁੰਦੇ ਗਵਰਨਮੈਂਟ ਗੱਲਬਾਤ ਕਰਕੇ ਕਿਸਾਨਾਂ ਨਾਲ ਨਿਬੇੜੇ ਗੱਲ। ਜੇ ਕੋਰਟ ਉਹ ਸਟੈਂਡ ਪਹਿਲਾਂ ਲੈ ਲੈਂਦੀ ਤਾਂ ਸ਼ਾਇਦ ਉਦੋਂ ਵੀ ਵਧੀਆ ਹੁੰਦਾ ਜਿਹੜਾ ਅੱਜ ਲਿਆ ਗਿਆ ਸਟੈਂਡ ਹੈ। ਅੱਜ ਜਿਹੜਾ ਦਿੱਲੀ ਪੁਲਿਸ ਵਾਲੇ ਅਫਸਰਾਂ ਨੇ ਬੁਲਾਇਆ ਕਿਸਾਨ ਲੀਡਰਾਂ ਨੂੰ, ਉਹ ਇਹੀ ਕਹਿ ਰਹੇ ਨੇ ਕਿ ਜੀ ਬਹੁਤ ਸੰਵੇਦਨਸ਼ੀਲ ਹੁੰਦਾ ਹੈ, ਇੱਥੇ ਕੋਈ ਹਮਲਾ ਭੀੜ ਜ਼ਿਆਦਾ ਹੋ ਜੂਗੀ, ਤੁਸੀਂ 26 ਦੀ ਬਜਾਏ 27 ਨੂੰ ਕਰ ਲਓ, 28 ਨੂੰ ਕਰ ਲਓ, ਜਾਂ ਇਹ ਤੋਂ ਬਾਹਰ ਕਰ ਲਓ ਦਿੱਲੀ ਤੇ। ਪਰ ਉਹ ਕਲੀਅਰ ਹੋ ਚੁੱਕਿਆ, ਇੱਕ ਐਲਾਨ ਹੈ ਬੜਾ ਵੱਡਾ ਕਿ ਇਸ ਦੇਸ਼ ਦੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਹਰ ਨਾਗਰਿਕ ਨੂੰ ਆਪਣੇ ਢੰਗ ਨਾਲ ਗਣਤੰਤਰ ਦਿਵਸ ਮਨਾਉਣ ਦਾ ਹੱਕ ਹੈ। ਇਹ ਅੰਦੋਲਨ ਇੰਨਾ ਚਿਰ ਤੋਂ ਸ਼ਾਂਤਮਈ ਚੱਲ ਰਿਹਾ, ਇਹਦੀ ਗਾਰੰਟੀ ਦਿੱਤੀ ਜਾ ਚੁੱਕੀ ਹੈ, ਇਹਦੇ ਨਵੇਂ ਦੀ ਲੋੜ ਨਹੀਂ ਹੈ। ਤੇ ਅਗਲੀ ਗੱਲ ਅਸੀਂ ਕਰਾਂਗੇ ਉਸੇ ਰਿੰਗ ਰੋਡ ਤੇ, ਜਿਹੜੀ ਦਿੱਲੀ ਦੀ ਆਊਟਰ ਰਿੰਗ ਰੋਡ ਹੈ ਪਰ ਹੈ ਦਿੱਲੀ ਦੀ ਹੈ। ਤੁਹਾਡੇ ਕੰਮ 'ਚ ਵਿਘਨ ਨਹੀਂ ਪਾਵਾਂਗੇ, ਜਿਹੜਾ ਤੁਹਾਡਾ ਰਾਜਪਥ ਤੇ ਜਿਹੜਾ ਤੁਸੀਂ ਕਰੋਗੇ ਉਸ ਲਈ ਕੋਈ ਦਿੱਕਤ ਆਉਣੀ ਨਹੀਂ ਚਾਹੀਦੀ। ਫਿਰ ਉਹ ਪੁੱਛ ਰਹੇ ਨੇ ਕਿ ਜੀ ਕਿੰਨੇ ਟਰੈਕਟਰ ਆਉਣਗੇ, ਤਾਂ ਕਿਸਾਨ ਆਗੂਆਂ ਨੂੰ ਸੁਭਾਵਿਕ ਆ, ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਕਿੰਨੇ ਆਉਣਗੇ, ਕਰੋੜ ਲੱਖਾਂ ਆਉਣਗੇ, ਪ੍ਰਬੰਧ ਤੁਸੀਂ ਕਰਨਾ।
ਅਸੀਂ ਹੁੱਲੜਬਾਜੀ ਨਹੀਂ ਕਰਾਂਗੇ, ਅਸੀਂ ਸ਼ਾਂਤੀ ਭੰਗ ਨਹੀਂ ਕਰਾਂਗੇ। ਅਰੇਂਜਮੈਂਟ ਕਰਨੇ ਸਾਰੇ ਦੀ ਪ੍ਰਸ਼ਾਸਨ ਦੀ ਤੇ ਪੁਲਿਸ ਦੀ ਜ਼ਿੰਮੇਵਾਰੀ ਹੈ। ਇਹ ਅਜੇ ਤੱਕ ਦਾ ਜਿਹੜਾ ਫੈਸਲਾ ਉਸ ਲੈਵਲ ਦੇ ਵਿੱਚ ਹੈ। ਇਹ ਉਹੋ ਜਿਹੀ ਫੈਸਲਾ ਜਿਵੇਂ ਚੰਡੀਗੜ੍ਹ ਦੇ ਕੱਲ੍ਹ ਟਰੈਕਟਰਾਂ ਨੂੰ ਰੋਕਤਾ, ਇੱਥੇ ਜਾ ਕੇ ਤੁਸੀਂ ਨਹੀਂ ਕਰੋ, ਤੇ ਪ੍ਰਸ਼ਾਸਨ ਮੰਨ ਗਿਆ ਕਿ ਚਲੋ ਤੁਸੀਂ ਇਹ ਆਲੇ ਦੁਆਲੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਗੇੜਾ ਦੇ ਲਓ। ਤੇ ਇਹੋ ਜਿਹੀ ਦਿੱਲੀ ਦਾ ਪ੍ਰਸ਼ਾਸਨ ਹੈ, ਤੇ ਦਿੱਲੀ ਇਹ ਵੀ ਯੂਨੀਅਨ ਟੈਰੀਟਰੀ ਹੈ, ਇੱਥੇ ਵੀ ਦਿੱਲੀ ਸਰਕਾਰ ਦੀ ਚੱਲਦੀ ਹੈ, ਤੇ ਉੱਥੇ ਵੀ ਲਾਅ ਐਂਡ ਆਰਡਰ 'ਚ ਪੁਲਿਸ ਜਿਹੜੀ ਹੈ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਮਤਲਬ ਕੰਟਰੋਲ ਦੇ ਵਿੱਚ ਹੈ, ਦਿੱਲੀ ਸਰਕਾਰ ਦੇ ਤਾਂ ਨਹੀਂ ਹੈ। ਔਰ ਇਹ ਬੜੇ ਆਰਾਮ ਨਾਲ ਹੋ ਸਕਦਾ ਹੈ। ਔਰ ਇਹ ਪੀਸਫੁਲ ਅੰਦੋਲਨ 26 ਜਨਵਰੀ ਜਿਹੜਾ ਇਤਿਹਾਸਕ ਇਸ ਤਰੀਕੇ ਨਾਲ ਹੋਏਗਾ। ਸ਼ਾਇਦ ਗੌਰਮੈਂਟ ਨੂੰ ਇੱਕ ਗੱਲ ਇਹ ਵੀ ਲੱਗਦੀ ਹੈ, ਕਿਤੇ ਝਿਜਕ ਹੈ ਕਿ ਜੇ ਟਰੈਕਟਰ ਅੰਦੋਲਨ, ਵੱਖ-ਵੱਖ ਕਿਸਮ ਦੀਆਂ ਝਾਕੀਆਂ, ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਗੁਰੂ ਨਾਨਕ ਦੇ ਖੇਤੀਕਰਨ ਤੋਂ ਲੈ ਕੇ ਹੋਣਗੀਆਂ, ਤਾਂ ਉਹ ਇੱਕ ਅਲੱਗ ਟਾਈਪ ਦਾ ਸੀਨ ਹੋਏਗਾ, ਪੂਰੀ ਦੁਨੀਆ ਦੇਖੇਗੀ, ਤੇ ਸਾਡੇ ਵਾਲਾ ਫਿੱਕਾ ਪੈ ਜਾਏਗਾ। ਲੋਕਾਂ ਦਾ ਗਣਰਾਜ ਜਿਹੜਾ ਉਹ ਮਹੱਤਵਪੂਰਨ ਬਣ ਜਾਏਗਾ। ਇਹ ਇੱਕ ਵੀ ਇਹ ਕਾਰਨ ਸ਼ਾਇਦ ਸਰਕਾਰ ਸੋਚਦੀ ਹੋਏਗੀ। ਪਰ ਜਿੰਨੀਆਂ ਤਿਆਰੀਆਂ ਲੋਕ ਕਰ ਰਹੇ ਨੇ, ਕੱਲ੍ਹ ਤੋਂ ਹੀ ਲੈ ਕੇ ਜਿੰਨੇ ਟਰੈਕਟਰ ਇੱਥੋਂ ਰਵਾਨਾ ਹੋ ਰਹੇ ਨੇ ਦਿੱਲੀ ਜਾਣ ਦੇ ਵਾਸਤੇ, ਇਹ ਵਾਕਈ ਇੱਕ ਇਤਿਹਾਸਕ ਮੌਕਾ ਹੋਏਗਾ। ਤੇ ਉਹ ਇਤਿਹਾਸਕ ਮੌਕਾ ਦੁਨੀਆ ਤੇ ਦੇਸ਼ ਦੀ ਕਲਪਨਾ 'ਚ ਬਹੁਤ ਲੰਮੇ ਸਮੇਂ ਤੱਕ ਰਹੇਗਾ। ਔਰ ਇਹ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਪਹਿਲਾਂ ਵੀ ਕਹਿ ਚੁੱਕੀਆਂ ਨੇ, ਔਰ ਇਸੇ ਕਰਕੇ ਸੰਗਤ ਦਾ ਵੀ ਸਾਰੀ ਦਾ ਆਪਣਾ ਇੱਕ ਮਾਹੌਲ ਹੈ। ਉਹ ਵੀ ਸਾਰੇ ਇਹੀ ਕਹਿੰਦੇ ਨੇ ਕਿ ਅਸੀਂ ਪੀਸਫੁਲ ਤਰੀਕੇ ਨਾਲ ਜਿੱਤਾਂਗੇ। ਔਰ ਈਵਨ ਜਿਹੜੇ ਲੀਡਰਾਂ 'ਚ ਵੀ ਮਾੜੇ ਮੋਟੇ ਮਤਭੇਦ ਹੁੰਦੇ ਨੇ, ਤੇ ਉਹ ਸੰਗਤ ਦਾ ਇੱਕ ਐਸਾ ਮਾਹੌਲ, ਇਹੋ ਜਿਹਾ ਚੈੱਕ ਹੈ, ਉਹ ਫਟਾਫਟ ਬੰਬਾਰਮੈਂਟ ਕਰ ਦਿੰਦੇ ਨੇ, ਤੇ ਮੁੜ ਕੇ ਇਕੱਠਾ, ਜਿਵੇਂ ਗੁਰਨਾਮ ਸਿੰਘ ਚੰਦੂਨੀ ਦਾ ਮਾੜਾ ਮੋਟਾ ਮਾਮਲਾ ਆਇਆ, ਤੇ ਉਹ ਸ਼ਾਮ ਨੂੰ 2 ਘੰਟਿਆਂ 'ਚ ਸੁਲਝ ਵੀ ਗਿਆ, 4 ਘੰਟਿਆਂ ਦੇ ਵਿੱਚ ਵੀ ਨਹੀਂ ਅਸੀਂ ਇਹ ਨਹੀਂ। ਜਿਹੜੀ ਵੀ ਧਿਰ, ਜਿਹੜਾ ਵੀ ਆਗੂ, ਜਿਹੜਾ ਵੀ ਕੋਈ ਵਿਅਕਤੀ ਅੰਦੋਲਨ ਦੇ ਇਕੱਠ ਨੂੰ ਹੁਣ ਇੱਧਰ ਉੱਧਰ ਕਰਨਾ ਚਾਹੁੰਦੇ ਨੇ, ਤਾਂ ਉਹ ਇਕੱਠ ਜਿਹੜਾ ਲੋਕਾਂ ਦਾ, ਉਹ ਉਹਨੂੰ ਬਰਦਾਸ਼ਤ ਨਹੀਂ ਕਰ ਰਿਹਾ। ਉਹ ਉਹਨੂੰ ਕਹਿੰਦਾ ਕਿ ਤੁਸੀਂ ਬੰਦਿਆਂ ਵਾਂਗ ਇਕੱਠੇ ਆਪਾਂ ਰਹਿਣਾ, ਤੇ ਇਕੱਠ ਦੇ ਵਿੱਚੋਂ ਹੀ ਜਿਹੜੀ ਉਹ ਚੀਜ਼ ਹੋਣੀ ਹੈ। ਇਸੇ ਕਰਕੇ ਦੇਸ਼ ਦੇ ਵਿੱਚ ਹੀ ਫੈਲ ਰਿਹਾ, ਦੁਨੀਆ ਦੇ ਵਿੱਚ ਫੈਲ ਰਿਹਾ। ਔਰ ਕੱਲ੍ਹ ਹੀ ਮੈਂ ਦੇਖ ਰਿਹਾ ਸੀ, ਉੜੀਸਾ ਤੋਂ 5 ਬੱਸਾਂ ਦੇ ਵਿੱਚ ਚੱਲੇ ਨੇ, ਜਿਹੜੇ ਕਹਿੰਦੇ 7 ਸਟੇਟਾਂ ਦੇ ਵਿੱਚ ਅਸੀਂ ਪ੍ਰਚਾਰ ਕਰਾਂਗੇ ਕਿਸਾਨ ਅੰਦੋਲਨ ਦਾ, ਤਾਂ ਕਿ ਇਹ ਨਾ ਰਹੇ ਫਿਰ ਦਿੱਲੀ ਪਹੁੰਚਾਂਗੇ ਉਸ ਲੈਵਲ ਤੇ। 7 ਜੋ ਉਹਨਾਂ ਦਾ ਸਵਾਗਤ ਹੋ ਰਿਹਾ ਰਸਤੇ 'ਚ, ਉੜੀਸਾ ਤੋਂ ਝਾਰਖੰਡ ਤੋਂ ਅੱਗੇ, ਇਹ ਕਮਾਲ ਦਾ। ਇਹ ਇਕੱਲਾ ਮਤਲਬ ਪੰਜਾਬੀ ਅੰਦੋਲਨ ਤਾਂ ਹੁਣ ਹੈ ਨਹੀਂ, ਤਾਂ ਦੇਸ਼ ਦਾ ਅੰਦੋਲਨ ਉਸ ਰੂਪ ਤੇ ਵਿਆਪਕ ਹੋ ਰਿਹਾ। ਔਰ ਇਸੇ ਕਰਕੇ ਇਹ ਚੀਜ਼ਾਂ ਨੇ, ਜਿਹੜਾ ਨੈਸ਼ਨਲ ਗੋਦੀ ਮੀਡੀਆ ਜਿਹਨੂੰ ਕਹਿੰਦੇ ਉਹ ਪ੍ਰਚਾਰ ਰਿਹਾ, ਪੁਰਾਣੇ ਖਾਲਿਸਤਾਨੀ ਬੱਬਰਾਂ ਦੀਆਂ ਫੋਟੋਆਂ ਲਾ ਕੇ ਦਿਖਾ ਰਹੇ ਨੇ ਪੈਰਲਲ, ਵੀ ਇਹ ਗਣਤੰਤਰਤਾ ਦਿਵਸ ਇੱਥੇ ਪਤਾ ਨਹੀਂ ਕੀ ਹੋ ਜਾਏਗਾ, ਕੀ ਨਹੀਂ ਹੋ ਜਾਏਗਾ। ਤੁਸੀਂ ਕਿਹੋ ਜਿਹਾ ਮਾਹੌਲ ਚਾਹੋ? ਅੱਜ ਤੱਕ ਨਹੀਂ ਹੋਇਆ, ਲੱਖਾਂ ਬੰਦਾ ਬੈਠਾ। ਮਾੜੀ ਮੋਟੀ ਸੰਗ ਸ਼ਰਮ ਸੋਚ ਹੋਣੀ ਚਾਹੀਦੀ ਹੈ, ਜਿਹਦੇ ਤੇ ਤੁਸੀਂ ਇਲਜ਼ਾਮ ਕਿਹਦੇ ਤੇ ਲਾ ਰਹੇ ਹੋ, ਕਿਹੜੇ ਖਾਲਿਸਤਾਨੀਆਂ ਦੇ ਤੁਸੀਂ ਤਸਵੀਰਾਂ ਦਿਖਾ ਰਹੇ ਹੋ, ਤੇ ਇਸ ਅੰਦੋਲਨ ਦੀਆਂ ਤਸਵੀਰਾਂ ਦਿਖਾ ਦਿਓ ਕਿ ਉਹ ਲੀਡਰ ਖਾਲਿਸਤਾਨੀ ਨੇ, ਉਹ ਲੀਡਰ ਕੋਈ ਹਿੰਸਕ ਨੇ, ਉਹ ਲੀਡਰ ਕੀ ਕਰਨਾ ਚਾਹੁੰਦੇ ਨੇ। ਬਾਕੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਇਸ ਦੇਸ਼ ਦਾ ਸੰਵਿਧਾਨ ਦਿੰਦਾ ਹੈ। ਇਹ ਫੰਡਾਮੈਂਟਲ ਰਾਈਟ ਹੈ, ਬੁਨਿਆਦੀ ਹੱਕ ਹੈ ਕਿਸੇ ਨੂੰ ਵੀ ਆਪਣਾ ਵਿਚਾਰ ਪ੍ਰਗਟ ਕਰਨ ਦਾ। ਉਹ ਸ਼ਾਂਤਮਈ ਤਰੀਕੇ ਦੇ ਨਾਲ, ਸੁਪਰੀਮ ਕੋਰਟ ਕਹਿੰਦੀ ਹੈ, ਚਾਹੇ ਖਾਲਿਸਤਾਨ ਦੀ ਵੀ ਗੱਲ ਕਰਦਾ ਉਹ ਕਰ ਸਕਦਾ ਹੈ। ਪਰ ਇਹ ਅੰਦੋਲਨ ਦਾ ਕੋਰ ਜਿਹੜਾ ਬਾਕੀ ਵਿਚਾਰਧਾਰਾਵਾਂ ਤੋਂ ਅੱਗੇ ਰੱਖ ਕੇ, ਇਹ ਆਪਣਾ 3 ਕਾਨੂੰਨਾਂ ਨੂੰ ਵਾਪਸ ਲੈਣ, MSP ਤੇ ਕਾਨੂੰਨ ਬਣਾਉਣ ਦੀ ਫੋਕਸਡ ਹੈ, ਜਿੱਥੇ ਸਾਰਿਆਂ ਦੀ ਸਹਿਮਤੀ ਹੈ। ਇਹ ਅੰਦੋਲਨ ਆਜ਼ਾਦੀ ਦੇ ਅੰਦੋਲਨ ਵਰਗਾ ਬਣ ਰਿਹਾ, ਤੇ ਉਦੋਂ ਵੀ ਕਈ ਮਾਮਲਿਆਂ 'ਚ ਖੂਬਸੂਰਤ ਹੈ। ਜੇ ਆਪਾਂ ਦੇਖੀਏ ਕਿ ਆਜ਼ਾਦੀ ਦੇ ਸਮੇਂ ਵੀ ਵੱਖਰੇ ਵੱਖਰੇ ਵਿਚਾਰ ਸੀ, ਗਾਂਧੀ ਦਾ ਆਪਣਾ ਸੀ, ਭਗਤ ਸਿੰਘ ਦਾ ਆਪਣਾ ਸੀ, ਹੋਰ ਵੱਖ-ਵੱਖ ਟਾਈਪ ਦੇ ਲੇਅਰਾਂ ਸੀ, ਪਰ ਇੱਕ ਗੱਲ ਸਾਂਝੀ ਸੀ ਕਿ ਨਹੀਂ, ਅੰਗਰੇਜ਼ ਨੂੰ ਤਾਂ ਇੱਥੋਂ ਕੱਢਣਾ, ਉਦੋਂ ਬਾਅਦ ਦੇਖਾਂਗੇ। ਇਸੇ ਕਰਕੇ ਨਾ ਬਣਦੀ ਦੇ ਹੋਣ ਬਾਅਦ ਵਿਚਾਰਧਾਰਕ ਤੌਰ ਤੇ ਇਹ ਸਾਡੇ ਵਿਰਸੇ 'ਚੋਂ ਮਿਲੀਆਂ ਗੱਲਾਂ ਨੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਨੇ ਸੀਸ ਚਾਂਦਨੀ ਚੌਕ ਦੇ ਵਿੱਚ ਦੇਣ, ਉਹ ਜਦੋਂ ਬ੍ਰਾਹਮਣ ਆਉਂਦਾ ਤੇ ਉਹਦੇ ਨਾਲ ਧੱਕਾ ਹੋ ਰਿਹਾ, ਉਹਦੇ ਨਾਲ ਵਿਚਾਰਕ ਤੌਰ ਤੇ ਵੀ ਸਹਿਮਤੀ ਨਹੀਂ ਹੈ, ਉਹਦੇ ਨਾਲ ਸੰਗਠਨ ਦੇ ਤੌਰ ਤੇ ਵੀ ਸਹਿਮਤੀ ਨਹੀਂ ਹੈ, ਪਰ ਗੁਰੂ ਤਿਆਗ ਕਰਦਾ ਜਾ ਕੇ ਕਿ ਇੱਥੇ ਮਨੁੱਖੀ ਅਧਿਕਾਰਾਂ ਦਾ ਇਹ ਲੈਵਲ ਨਾਲ ਸਮਝੌਤਾ ਨਹੀਂ ਹੋ ਸਕਦਾ। ਹਰ ਇੱਕ ਦਾ ਜਿਹੜਾ ਹੱਕ ਹੈ, ਉਹਨੂੰ ਆਪਣੀ ਜ਼ਿੰਦਗੀ ਆਪਣੇ ਅਕੀਦੇ ਮੁਤਾਬਕ ਜਿਉਣ ਦਾ ਰਾਈਟ ਹੈ, ਤੇ ਉਹ ਜੇ ਨਹੀਂ ਕੋਈ ਦਿੰਦਾ ਤਾਂ ਅਸੀਂ ਤਿਆਗ ਉਸ ਰੂਪ ਦੇ ਵਿੱਚ ਕਰਾਂਗੇ। ਔਰ ਇਹੀ ਉਸ ਸੰਘਰਸ਼ ਉਸ ਪਾਸੇ ਵੱਲ ਚੱਲ ਰਿਹਾ, ਬਲਕਿ ਉਹ ਸਭ ਦੀ ਲਿਬਰੇਸ਼ਨ ਦੇ ਵੱਲ, ਸਭ ਦੀ ਆਜ਼ਾਦੀ ਦੇ ਵੱਲ ਉਸ ਲੈਵਲ ਤੇ ਚੱਲ ਰਿਹਾ। ਔਰ ਇਸੇ ਕਰਕੇ ਇਹ ਅੰਦੋਲਨ ਜਿਹੜਾ ਇੱਕ ਐਡੇ ਵੱਡੇ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਕਿ ਅਸੀਂ ਕਿਸੇ ਵੀ ਗੱਲ ਦੇ ਅਮਨ ਭੰਗ ਕਰਨ ਦੇ ਮਤਲਬ ਕੋਸ਼ਿਸ਼ 'ਚ ਨਹੀਂ ਆ। ਬਾਕੀ ਵਿਚਾਰਧਾਰਾ ਆਪੋ ਆਪਣੀ ਹੈਗੀ ਹੈ, ਸਾਰੇ ਲੋਕਾਂ ਨੂੰ ਆਪਣਾ ਆਪਣੀ ਗੱਲ ਕਹਿਣ ਦਾ ਹੱਕ ਹੈ, ਪਰ ਇਹ ਅੰਦੋਲਨ ਦਾ ਕੋਰ ਇਹ ਹੈ ਕਿ ਸੰਘਰਸ਼ ਨੇ ਜਿੱਤਣਾ, ਕਾਨੂੰਨ ਵਾਪਸ ਕਰਾਉਣੇ ਨੇ, MSP ਦਾ ਕਾਨੂੰਨ ਬਣਾਉਣਾ ਹੈ, ਤੇ ਅਗਲੀ ਖੇਤੀ ਦੇ ਹੋਰ ਮਾਡਲ ਜੇ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵਿਚਾਰ ਚਰਚਾਵਾਂ 'ਚੋਂ ਨਿਕਲੇਗਾ। ਉਹ ਵਿਚਾਰ ਚਰਚਾ ਹੋ ਸਕਦੀ ਹੈ, ਉਹ ਦੂਸ਼ਣਬਾਜ਼ੀ ਨਹੀਂ ਇੱਕ ਦੂਜੇ ਤੇ। ਔਰ ਅਜੇ ਤੱਕ ਅੰਦੋਲਨ ਨੇ ਇਹ ਸਾਬਤ ਕੀਤਾ, ਉਹਦੀ ਮੁਹੱਬਤ ਨੇ, ਉਹਦੇ ਭਾਈਚਾਰੇ ਨੇ, ਕਿ ਇਹ ਅੰਦੋਲਨ ਬਹੁਤ ਮੇਰੇ ਖਿਆਲ ਹੈ ਸਰਕਾਰ ਦੇ ਹੀ ਨੁਕਸਾਨ 'ਚ ਜਾਏਗਾ,
ਤੇ ਲੱਗਦਾ ਨਹੀਂ ਹੈ ਕਿ ਜਦੋਂ ਧਰਤੀ ਨਾਲ ਜੁੜੇ ਲੋਕ ਕਿਸੇ ਅੰਦੋਲਨ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਥੱਕਣ ਦਾ ਜਾਂ ਉਹਨਾਂ ਦੇ ਨਿਰਾਸ਼ ਹੋ ਜਾਣ ਦਾ ਕੋਈ ਦੌਰ ਅਜੇ ਤੱਕ ਨਹੀਂ ਹੈ ਔਰ ਨਾ ਹੋਏਗਾ। ਔਰ ਇਹੀ ਇਹਦੀ ਕੀਤੇ ਪੰਜਾਬੀ ਟ੍ਰਿਬਿਊਨ ਕਿਸਾਨੀ ਸੰਘਰਸ਼ ਅਤੇ ਟਰੈਕਟਰ ਪਰੇਡ ਨਾਲ ਸੰਬੰਧਿਤ ਸਾਰੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਸਾਡੇ ਨਾਲ ਜੁੜੇ ਰਹਿਣ ਲਈ ਸਾਡਾ ਫੇਸਬੁੱਕ ਪੰਜਾਬੀ ਟ੍ਰਿਬਿਊਨ ਦਾ ਫੇਸਬੁੱਕ ਪੇਜ ਅਤੇ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਤਾਂ ਜੋ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਧੰਨਵਾਦ।